ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਪੰਜਾਬ ਮਿਲ ਯੂਐਸ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਸੁਰਪੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਰਾਸ਼ਟਰਪਤੀ ਚੋਣਾਂ 'ਚ ਇਮੀਗ੍ਰੇਸ਼ਨ ਇੱਕ ਅਹਿਮ ਮੁੱਦਾ। ਰਾਸ਼ਟਰਪਤੀ ਬਾਈਡਨ ਵਾਈਟ ਹਾਊਸ 'ਚ ਭਾਰਤੀ ਅਮਰੀਕੀਆਂ ਦੇ ਨਾਲ ਮਨਾਉਣਗੇ ਦੀਵਾਲੀ। ਹੈਰਿਸ ਅਤੇ ਵਾਲਜ਼ ਇਸ ਹਫ਼ਤੇ ਮੁੱਖ ਰਾਜਾਂ 'ਚ ਕਰਨਗੇ ਚੋਣ ਪ੍ਰਚਾਰ। ਅਮਰੀਕਾ ਚੋਣਾਂ 'ਚ ਹੁਣ ਤੱਕ 3 ਕਰੋੜ ਲੋਕਾਂ ਨੇ ਪਾਈ ਵੋਟ। ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਭਾਰਤੀਆਂ ਦੀ ਕਿਸ਼ਤੀ ਡੁੱਬੀ। ਚੋਰਾਂ ਨੇ ਤਾਂ ਹੱਦ ਹੀ ਕਰ ਦਿੱਤੀ। ਇਸ ਡੈਰੀ ਵਿੱਚੋਂ ਚੋਰੀ ਕਰ ਲਏ ਗਏ 22,000 ਕਿਲੋ ਪਨੀਰ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਿਰਫ 9 ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿੱਚ ਚੋਣ ਪ੍ਰਚਾਰ ਮੁਹਿੰਮ ਵਿੱਚ ਇਮੀਗ੍ਰੇਸ਼ਨ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਭਾਰਤ ਸਮੇਤ ਦੱਖਣੀ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਡਰ ਹੈ ਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਚੋਣ ਜਿੱਤਣ ਤੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਟਰੰਪ ਨੇ ਚੋਣ ਪ੍ਰਚਾਰ ਭਾਸ਼ਣਾਂ ਵਿੱਚ ਰਾਸ਼ਟਰਪਤੀ ਚੁਣੇ ਜਾਣ ਤੇ ਨਾ ਸਿਰਫ ਵਾਸ਼ਿੰਗਟਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦਾ ਵਾਅਦਾ ਕੀਤਾ ਹੈ, ਬਲਕਿ ਅਮਰੀਕੀ ਇਤਿਹਾਸ ਵਿੱਚ ਗੈਰ ਦਸਤਾਵੇਜ਼ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਘਰੇਲੂ ਦੇਸ਼ ਨਿਕਾਲੇ ਮੁਹਿੰਮ ਸ਼ੁਰੂ ਕਰਨ ਅਤੇ ਮੌਜੂਦਾ ਸ਼ਰਨਾਰਥੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਦਾ ਵੀ ਸੰਕਲਪ ਲਿਆ ਹੈ। ਸਾਬਕਾ ਰਾਸ਼ਟਰਪਤੀ ਨੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਦੀ ਵਿਵਸਥਾ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਹੈ, ਜਿਸ ਨਾਲ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਮੀਗ੍ਰੇਸ਼ਨ ਪੱਖੀ ਸਮੂਹਾਂ ਨੇ ਇਮੀਗ੍ਰੇਸ਼ਨ ਤੇ ਟਰੰਪ ਦੇ ਬਿਆਨਬਾਜ਼ੀ ਨੂੰ ਲੈ ਕੇ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਪ੍ਰਸਤਾਵ ਕਾਨੂੰਨੀ ਤੌਰ ਤੇ ਸ਼ੱਕੀ ਹੈ, ਕਿਉਂਕਿ ਇਹ यानी कि जन्म अधिकार नागरिकता अमरीकी संविधान की 14वीं ਸੋਧ ਵਿੱਚ ਦਰਜ ਹੈ। ਉੱਥੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਪ੍ਰਧਾਨ ਕਮਲਾ ਹੈਰਿਸ ਨੇ ਵੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਟੁੱਟ ਚੁੱਕੀ ਹੈ ਅਤੇ ਇਸ ਨੂੰ ਠੀਕ ਕਰਨ ਲਈ ਵਿਧਾਨਕ ਉਪਾਵਾਂ ਦੀ ਲੋੜ ਹੈ। ਟਰੰਪ ਨੇ ਇਸ ਹਫ਼ਤੇ ਇੱਕ ਚੋਣ ਰੈਲੀ ਦੇ ਵਿੱਚ ਹੈਰਿਸ ਤੇ ਪ੍ਰਵਾਸੀ ਗੈਂਗ ਅਤੇ ਗੈਰ ਕਾਨੂੰਨੀ ਪਰਦੇਸੀ ਅਪਰਾਧੀਆਂ ਨੂੰ ਅਮਰੀਕਾ ਵਿੱਚ ਲਿਆਉਣ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਵਾਸੀਆਂ ਦੇ ਗਿਰੋਹ ਨੂੰ ਲਿਆਉਣ ਦੇ ਲਈ ਉਹਨਾਂ ਦੀ ਨੀਤੀ ਸਾਡੇ ਦੇਸ਼ ਦੇ ਵਿਰੁੱਧ ਅਪਰਾਧ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਟਲਾਂਟਾ ਵਿੱਚ ਰਹਿ ਰਹੇ ਬੰਗਲਾਦੇਸ਼ੀ ਮੂਲ ਦੇ ਗ੍ਰੀਨ ਕਾਰਡ ਧਾਰਕ ਨੇ ਇਹ ਦੱਸਿਆ ਕਿ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਅਤੇ ਜੇਕਰ ਟਰੰਪ ਜਿੱਤਦਾ ਹੈ ਤਾਂ ਅਸੀਂ ਸੰਭਾਵਿਤ ਨਤੀਜਿਆਂ ਬਾਰੇ ਚਿੰਤਿਤ ਹਾਂ। ਅੱਗੇ ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਟਰੰਪ ਦੀਆਂ ਨੀਤੀਆਂ ਵੱਖ-ਵੱਖ ਪ੍ਰਵਾਸੀ ਭਾਈਚਾਰਿਆਂ ਵਿੱਚ ਦਹਿਸ਼ਤ ਪੈਦਾ ਕਰ ਰਹੀਆਂ ਹਨ ਅਤੇ ਇਸ ਲਈ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰ ਰਹੇ ਹਨ। ਇਸ ਦੇ ਨਾਲ ਹੀ ਜਾਰਜੀਆ 'ਚ ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਦੇ ਜਨਰਲ ਸਕੱਤਰ ਵੱਲੋਂ ਵੀ ਇਹੀ ਕੁਝ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਟਰੰਪ ਅਮਰੀਕਾ 'ਚ ਪੜ੍ਹੇ ਲਿਖੇ ਅਤੇ ਸ਼ਾਂਤੀ ਪਸੰਦ ਲੋਕਾਂ ਦਾ ਸਵਾਗਤ ਕਰਨਾ ਚਾਹੁੰਦੇ ਹਨ। ਉਧਰ ਹੀ ਇੱਕ ਸਰਵੇਖਣ ਰਿਪੋਰਟ ਦਰਸਾਉਂਦੀ ਹੈ ਕਿ ਦੋਵੇਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਸਮੂਹਿਕ ਦੇਸ਼ ਨਿਕਾਲੇ ਦੇ ਮੁੱਦੇ ਤੇ ਵੱਖੋ ਵੱਖਰੇ ਵਿਚਾਰ ਹਨ, ਪਰ ਉਹ ਸਰਹੱਦੀ ਸੁਰੱਖਿਆ ਦੇ ਮੁੱਦੇ ਤੇ ਇੱਕਮਤ ਹਨ। ਰਿਪੋਰਟ ਮੁਤਾਬਿਕ 88% ਟਰੰਪ ਸਮਰਥਕ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੇ ਪੱਖ ਵਿੱਚ ਹਨ। ਇਸ ਦੇ ਉਲਟ ਸਿਰਫ 27% ਹੈਰਿਸ ਸਮਰਥਕ ਸਮੂਹਿਕ ਦੇਸ਼ ਨਿਕਾਲੇ ਦਾ ਸਮਰਥਨ ਕਰਦੇ ਹਨ, ਜਦਕਿ 72% ਇਸ ਦੇ ਵਿਰੋਧ ਵਿੱਚ ਹਨ। ਉੱਥੇ ਹੀ ਲੋਕਾਂ ਦੀ ਆਪਣੀ ਰਾਏ ਹੁਣ ਜਿਹੜੀ ਸਾਹਮਣੇ ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸੋਮਵਾਰ ਸ਼ਾਮ ਨੂੰ ਵਾਈਟ ਹਾਊਸ 'ਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀਆਂ ਦੇ ਨਾਲ ਦੀਵਾਲੀ ਮਨਾਉਣਗੇ। ਵਾਈਟ ਹਾਊਸ ਨੇ ਕਿਹਾ ਕਿ ਪਿਛਲੇ ਸਾਲਾਂ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਰਾਸ਼ਟਰਪਤੀ ਆਪਣੇ ਭਾਸ਼ਣ ਤੋਂ ਪਹਿਲਾਂ ਬਲੂ ਰੂਮ 'ਚ ਇੱਕ ਦੀਪ ਜਗਾਉਣਗੇ। ਇਸ ਤੋਂ ਬਾਅਦ ਉਹ ਭਾਰਤੀ ਅਮਰੀਕੀਆਂ ਦੀ ਇੱਕ ਸਭਾ ਦੇ ਸਾਹਮਣੇ ਭਾਸ਼ਣ ਦੇਣਗੇ, ਜਿਨ੍ਹਾਂ ਲਈ ਉਹ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਇਹ ਰਾਸ਼ਟਰਪਤੀ ਬਾਈਡਨ ਦਾ ਵਾਈਟ ਹਾਊਸ 'ਚ ਆਖਰੀ ਦੀਵਾਲੀ ਦਾ ਜਸ਼ਨ ਹੋਵੇਗਾ, ਕਿਉਂਕਿ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਰਹੇ ਹਨ। ਵਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ 'ਚ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਉੱਗੀ ਪੁਲਾੜ ਯਾਤਰੀ ਅਤੇ ਸੇਵਾ ਮੁਕਤ ਨੇਵੀ ਕੈਪਟਨ ਸੁਨੀਤਾ ਵਿਲੀਅਮਸ ਦਾ ਵੀਡੀਓ ਸੰਦੇਸ਼ ਸ਼ਾਮਲ ਹੋਵੇਗਾ। ਉਸਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਇੱਕ ਸ਼ੁਭਕਾਮਨਾਵਾਂ ਵੀਡੀਓ ਰਿਕਾਰਡ ਕੀਤਾ,
ਜਿੱਥੇ ਉਸਨੇ ਸਤੰਬਰ ਵਿੱਚ ਕਮਾਂਡਰ ਦਾ ਅਹੁਦਾ ਸੰਭਾਲਿਆ ਸੀ ਅਤੇ ਪਹਿਲਾਂ ਵੀ ISS ਤੋਂ ਦੁਨੀਆ ਨੂੰ ਵਧਾਈ ਦਿੱਤੀ ਸੀ। ਉਹ ਆਪਣੀ ਵਿਰਾਸਤ ਦਾ ਜਸ਼ਨ ਮਨਾਉਣ ਦੇ ਲਈ ਆਪਣੇ ਨਾਲ ਭਾਰਤੀ ਹਿੰਦੂ ਸੰਸਕ੍ਰਿਤੀ ਵਸਤਾਂ ਦੇ ਪ੍ਰਤੀਕ ਦੇ ਨਾਲ ISS ਵਿੱਚ ਹਨ, ਜਿਨ੍ਹਾਂ ਵਿੱਚ ਸਮੋਸੇ ਤੋਂ ਲੈ ਕੇ ਉਪਨਿਸ਼ਦਾਂ ਅਤੇ ਭਗਵਦ ਗੀਤਾ ਦੀ ਕਾਪੀ ਸ਼ਾਮਲ ਹਨ। ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਰੁਕਣ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਟਿਮ ਵਾਲਜ਼ ਅਗਲੇ ਦਿਨਾਂ ਵਿੱਚ 7 ਵੱਡੇ ਰਾਜਾਂ ਦਾ ਦੌਰਾ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਨਗੇ। ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਰਿਸ ਐਤਵਾਰ ਸਵੇਰੇ ਫਿਲਾਡੈਲਫੀਆ ਪਹੁੰਚੇ, ਜਿੱਥੇ ਉਹ ਚਰਚ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ। ਉਹਨਾਂ ਨੇ ਪੋਰਟੋ ਰੀਕੋ ਵਿੱਚ ਇੱਕ ਰੈਸਟੋਰੈਂਟ, ਨਾਈ ਦੀ ਇੱਕ ਦੁਕਾਨ ਅਤੇ ਇੱਕ ਬਾਸਕਟਬਾਲ ਕਲੱਬ ਦਾ ਵੀ ਦੌਰਾ ਕੀਤਾ ਹੈ। ਉਧਰ ਹੀ ਸੋਮਵਾਰ ਨੂੰ ਵਾਲਜ਼ ਮੈਨੀਟੋਬਾ ਅਤੇ ਵਾਉਕੇਸ਼ਾ ਵਿਸਕਾਂਸਿਨ ਵਿੱਚ ਪ੍ਰਚਾਰ ਕਰਨਗੇ, ਜਿਸ ਤੋਂ ਬਾਅਦ ਉਹ ਐਨ ਆਰਬਰ ਮਿਸ਼ੀਗਨ ਲਈ ਉਡਾਨ ਭਰੇਗਾ, ਜਿੱਥੇ ਉਹ ਹੈਰਿਸ ਨਾਲ ਇੱਕ ਸਾਂਝੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ। ਮੰਗਲਵਾਰ ਨੂੰ ਹੈਰਿਸ ਵਾਸ਼ਿੰਗਟਨ ਵਿੱਚ ਹੋਵੇਗੀ, ਜਿੱਥੇ ਉਹ ਨੈਸ਼ਨਲ ਮਾਲ ਦੇ ਕੋਲ ਐਲਿਪਸ ਤੋਂ ਆਪਣੀ ਮੁਹਿੰਮ ਦਾ ਅੰਤਿਮ ਭਾਸ਼ਣ ਦੇਵੇਗੀ। ਇਹ ਉਹੀ ਥਾਂ ਹੈ ਜਿੱਥੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਜਨਵਰੀ 2021 ਨੂੰ ਆਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਯਾਨੀ ਕਿ ਅਮਰੀਕਾ ਦੇ ਸੰਸਦ ਕੰਪਲੈਕਸ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਉੱਥੇ ਵਾਲਜ਼ ਮੰਗਲਵਾਰ ਨੂੰ ਜਾਰਜੀਆ ਦੇ ਸਵਾਨਾ ਅਤੇ ਕੋਲੰਬਸ ਵਿੱਚ ਪ੍ਰਚਾਰ ਕਰਨ ਵਾਲੇ ਹਨ। ਬੁੱਧਵਾਰ ਨੂੰ ਹੈਰਿਸ ਨੇ ਉੱਤਰੀ ਕੈਰੋਲੀਨਾ, ਪੈਂਸਿਲਵੇਨੀਆ ਅਤੇ ਵਿਸਕਾਂਸਿਨ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਮਮਫੋਰਡ ਐਂਡ ਸੰਸ ਅਤੇ ਕਈ ਹੋਰ ਬੈਂਡ ਆਪਣੀ ਵਿਸਕਾਂਸਿਨ ਰੈਲੀ ਵਿੱਚ ਪ੍ਰਦਰਸ਼ਨ ਕਰ ਸਕਦੇ ਹਨ। ਇਸ ਦੌਰਾਨ ਵਾਲਜ਼ ਬੁੱਧਵਾਰ ਨੂੰ ਉੱਤਰੀ ਕੈਰੋਲੀਨਾ ਦੇ ਸ਼ਾਰਲੋਟ ਅਤੇ ਐਸ਼ਵਿਲੇ ਵਿੱਚ ਪ੍ਰਚਾਰ ਕਰਨਗੇ। ਵੀਰਵਾਰ ਨੂੰ ਹੈਰਿਸ ਰੈਨੋ ਅਤੇ ਲਾਸ ਵੇਗਾਸ, ਨੇਵਾਡਾ ਅਤੇ ਵਿਨਿਕਸ, ਐਰੀਜ਼ੋਨਾ ਵਿੱਚ ਰੈਲੀਆਂ ਕਰਨਗੇ। ਮਸ਼ਹੂਰ ਬੈਂਡ ਮਾਨ ਆਪਣੀ ਲਾਸ ਵੇਗਾਸ ਰੈਲੀ ਵਿੱਚ ਪ੍ਰਦਰਸ਼ਨ ਕਰੇਗਾ ਅਤੇ ਲਾਸ ਟਾਈਗਰੇਸ ਡੇਲ ਨੋਰਟੇ ਫਿਨਿਕਸ ਰੈਲੀ ਵਿੱਚ ਪ੍ਰਦਰਸ਼ਨ ਕਰੇਗਾ। ਵਾਲਜ਼ ਵੀਰਵਾਰ ਨੂੰ ਹੈਰਿਸਬਰਗ ਅਤੇ ਐਰੀ, ਪੈਂਸਿਲਵੇਨੀਆ ਅਤੇ ਡੈਟਰੋਇਟ, ਮਿਸ਼ੀਗਨ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਦੇ ਲਈ VOTING 5 ਨਵੰਬਰ ਨੂੰ ਹੋਵੇਗੀ। ਰਿਪਬਲਿਕਨ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਕਮਲਾ ਹੈਰਿਸ ਵਿਚਾਲੇ ਮੁਕਾਬਲਾ ਹੋਵੇਗਾ। ਇਸ ਚੋਣ ਵਿੱਚ ਹੁਣ ਤੱਕ ਕਰੀਬ 3 ਕਰੋੜ ਵੋਟਰ ਜਲਦੀ VOTING ਰਾਹੀਂ ਆਪਣੀ ਵੋਟ ਪਾ ਚੁੱਕੇ ਹਨ। ਜ਼ਿਆਦਾਤਰ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਆਧਾਰ ਤੇ ਲੋਕ ਇਹ ਮੰਨ ਰਹੇ ਹਨ ਕਿ ਇਹ ਚੋਣ ਨਜ਼ਦੀਕੀ ਮੁਕਾਬਲਾ ਹੈ। ਸ਼ੁਰੂਆਤੀ VOTING ਮਤਲਬ ਕਿ ਅਰਲੀ VOTING ਨਾਗਰਿਕਾਂ ਨੂੰ ਚੋਣ ਵਾਲੇ ਦਿਨ ਤੋਂ ਪਹਿਲਾਂ ਵਿਅਕਤੀਗਤ ਤੌਰ ਤੇ ਮੇਲ ਜਾਂ ਡਾਕ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੰਦੀ ਹੈ, ਜਿਸ ਦਾ ਉਦੇਸ਼ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵਧੇਰੇ ਸਹੂਲਤ ਪ੍ਰਦਾਨ ਕਰਨਾ ਅਤੇ ਲੰਬੀਆਂ ਲਾਈਨਾਂ ਨੂੰ ਘੱਟ ਕਰਨਾ ਹੈ। ਵਰਜੀਨੀਆ ਦੀ ਫੇਅਰਫੈਕਸ ਕਾਉਂਟੀ ਵਿੱਚ ਇੱਕ ਸ਼ੁਰੂਆਤੀ VOTING ਸਟੇਸ਼ਨ ਤੇ ਵੱਡੇ ਪੱਧਰ ਤੇ VOTING ਦੇਖਣ ਨੂੰ ਮਿਲੀ। ਇੱਥੇ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਆਪੋ ਆਪਣੇ ਪੱਖ ਵਿੱਚ ਨਤੀਜਿਆਂ ਨੂੰ ਲੈ ਕੇ ਆਸਵੰਦ ਹਨ। ਪੋਲਿੰਗ ਬੂਥ ਦੇ ਬਾਹਰ ਇੱਕ ਵਲੰਟੀਅਰ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਮਹੱਤਵਪੂਰਨ ਚੋਣ ਹੈ ਅਤੇ ਉਹ ਯਕੀਨੀ ਤੌਰ ਤੇ ਵੋਟ ਪਾਉਣਗੇ। ਕੁਝ ਤਾਂ ਇਹ ਵੀ ਕਹਿ ਰਹੇ ਹਨ ਕਿ ਉਹ ਲੋਕ ਬੇਵਕੂਫ ਹੋਣਗੇ ਜੋ ਇਸ ਚੋਣ ਵਿੱਚ ਵੋਟ ਨਹੀਂ ਪਾਉਣਗੇ। ਟਰੰਪ ਅਤੇ ਹੈਰਿਸ ਦੋਵਾਂ ਦੇ ਸਮਰਥਕਾਂ ਨੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਬੂਥ ਬਣਾਏ ਹੋਏ ਹਨ, ਜੋ ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਦਾ ਆਖਰੀ ਵਾਰ ਮਾਰਗਦਰਸ਼ਨ ਕਰ ਰਹੇ ਹਨ। ਇੱਥੇ ਵੋਟਰਾਂ ਨੂੰ ਇੱਕ ਨਮੂਨਾ ਬੈਲਟ ਪ੍ਰਾਪਤ ਹੁੰਦਾ ਹੈ ਅਤੇ ਬੂਥ ਵਿੱਚ ਦਾਖਲ ਹੋਣ ਤੋਂ ਪਹਿਲਾਂ VOTING ਪ੍ਰਕਿਰਿਆ ਬਾਰੇ ਸਮਝਾਇਆ ਜਾਂਦਾ ਹੈ। ਫੇਅਰਫੈਕਸ ਕਾਉਂਟੀ ਵਿੱਚ ਪਰੰਪਰਾਗਤ ਤੌਰ ਤੇ ਲੋਕਤੰਤਰੀ ਖੇਤਰ ਵਿੱਚ ਕਈਆਂ ਨੇ ਕਿਹਾ ਕਿ ਚੋਣਾਂ ਵਿੱਚ ਮੁਕਾਬਲਾ ਜ਼ਬਰਦਸਤ ਹੋਵੇਗਾ। ਉੱਤਰੀ ਫਰਾਂਸ ਦੇ ਐਤਵਾਰ ਸਵੇਰੇ ਇੱਕ ਕਿਸ਼ਤੀ ਹਾਦਸੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਭਾਰਤੀ ਨਾਗਰਿਕ ਹੋਰ ਪ੍ਰਵਾਸੀਆਂ ਦੇ ਨਾਲ ਕਿਸ਼ਤੀ ਤੋਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸ ਦੌਰਾਨ ਕਿਸ਼ਤੀ ਵਿੱਚੋਂ ਹਵਾ ਨਿਕਲ ਗਈ। ਫਰਾਂਸ ਦੇ ਅਧਿਕਾਰੀਆਂ ਨੇ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 2018 ਤੋਂ ਛੋਟੀਆਂ ਕਿਸ਼ਤੀਆਂ ਤੇ ਜਲ ਖੇਤਰ ਨੂੰ ਪਾਰ ਕਰਨ ਦੀਆਂ ਘਟਨਾਵਾਂ ਵਧੀਆਂ ਹਨ, ਜੋ ਪ੍ਰਵਾਸੀਆਂ ਲਈ ਘਾਤਕ ਸਾਬਤ ਹੋ ਰਹੀਆਂ ਹਨ। ਉਧਰ ਹੀ ਇੱਕ ਵਿਅਕਤੀ ਦੀ ਮੌਤ ਨਾਲ ਇਸ ਸਾਲ ਹੁਣ ਤੱਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 54 ਹੋ ਚੁੱਕੀ ਹੈ। ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਪ੍ਰਵਾਸੀਆਂ ਦੇ ਇੱਕ ਸਮੂਹ ਕੈਲੇਸ ਤੋਂ ਲਗਭਗ 15 ਮੀਲ ਪੱਛਮ ਵਿੱਚ ਟਾਰਡਿੰਗਨ ਸ਼ਹਿਰ ਤੋਂ ਆਪਣੀ ਛੋਟੀ ਕਿਸ਼ਤੀ ਰਾਹੀਂ ਰਵਾਨਾ ਹੋਇਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸ਼ਤੀ ਬਹੁਤ ਖਰਾਬ ਹਾਲਤ ਵਿੱਚ ਲੱਗ ਰਹੀ ਸੀ ਤੇ ਰਵਾਨਾ ਹੋਣ ਤੋਂ ਉਸ ਦੀ ਹਵਾ ਨਿਕਲ ਗਈ। ਪ੍ਰਵਾਸੀ ਤੈਰ ਕੇ ਬੀਚ ਤੇ ਗਏ, ਪਰ ਸਾਰਿਆਂ ਦੇ ਕੋਲ ਲਾਈਫ ਜੈਕਟਾਂ ਨਹੀਂ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਉਸ ਨੂੰ ਜ਼ਿੰਦਾ ਨਹੀਂ ਕੱਢ ਸਕੀ।
ਦੇਸ਼ ਅਤੇ ਦੁਨੀਆ 'ਚ ਚੋਰੀ ਦੀਆਂ ਘਟਨਾਵਾਂ ਦੀਆਂ ਖਬਰਾਂ ਪੜ੍ਹਨਾ ਤੁਹਾਡੇ ਲਈ ਆਮ ਗੱਲ ਹੋ ਸਕਦੀ ਹੈ, ਪਰ ਕੁਝ ਚੋਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਹੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਚੋਰੀ ਦੀ ਖਬਰ ਚਰਚਾ 'ਚ ਹੈ ਜਿੱਥੇ 100 ਨਹੀਂ ਸਗੋਂ 22,000 ਕਿਲੋ ਯਾਨੀ ਕਿ 22 ਟਨ ਪਨੀਰ ਚੋਰੀ ਹੋ ਗਿਆ ਹੈ। ਇਹ ਘਟਨਾ ਲੰਡਨ 'ਚ ਵਾਪਰੀ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਨੂੰ ਅੰਜਾਮ ਦੇਣ ਲਈ ਚੋਰਾਂ ਨੇ ਨਾ ਤਾਂ ਤਾਲੇ ਤੋੜੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਲੁੱਟ ਖੋਹ ਕੀਤੀ। ਦਰਅਸਲ ਉਸਨੇ ਡੈਰੀ ਮਾਲਕ ਦੀਆਂ ਅੱਖਾਂ ਦੇ ਸਾਹਮਣੇ ਹੀ ਸਾਰਾ ਪਨੀਰ ਆਸਾਨੀ ਨਾਲ ਖੋਹ ਲਿਆ। ਇਹ ਘਟਨਾ ਲੰਡਨ ਦੇ ਨੀਲਜ਼ ਯਾਰਡ ਡੈਰੀ 'ਚ ਵਾਪਰੀ ਹੈ, ਜਿੱਥੋਂ ਚੋਰਾਂ ਨੇ ਕੁੱਲ 22,000 ਕਿਲੋ ਪਨੀਰ ਇਸ ਤਰ੍ਹਾਂ ਚੋਰੀ ਕਰ ਲਿਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਇਸ ਘਟਨਾ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਚੋਰੀ ਦਾ ਤਰੀਕਾ ਅਜਿਹਾ ਸੀ ਕਿ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ। ਚੋਰਾਂ ਨੇ ਨਾ ਤਾਂ ਕੋਈ ਲੁੱਟਖੋ ਕੀਤੀ ਅਤੇ ਨਾ ਹੀ ਕੋਈ ਹਿੰਸਾ ਕੀਤੀ। ਉਹ ਬੜੀ ਆਸਾਨੀ ਨਾਲ ਪਨੀਰ ਲੈ ਕੇ ਛੂ-ਮੰਤਰ ਹੋ ਗਏ। ਦੱਸਿਆ ਗਿਆ ਹੈ ਕਿ ਚੋਰ ਡੈਰੀ ਦੇ ਵਪਾਰੀ ਬਣ ਕੇ ਆਏ ਸਨ ਅਤੇ ਡੀਲਰ ਹੋਣ ਦਾ ਬਹਾਨਾ ਲਗਾ ਕੇ ਸਮਾਨ ਲੈ ਗਏ। ਮੌਕਾ ਮਿਲਦੇ ਹੀ ਉਹ ਪਨੀਰ ਲੈ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰੀਮੀਅਮ ਚੈਡਰ ਦੇ 950 ਡੱਬੇ ਚੋਰੀ ਹੋ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ $3 ਲੱਖ ਹੈ, ਜੋ ਕਿ ਭਾਰਤੀ ਰੁਪਏ 'ਚ ਕਰੀਬ 3 ਕਰੋੜ ਦੇ ਬਰਾਬਰ ਹੈ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੈਰੀ ਵਿੱਚ ਹੋਈ ਚੋਰੀ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ 21 ਅਕਤੂਬਰ ਦੀ ਹੈ, ਜਿੱਥੇ ਸਾਨੂੰ ਸਾਊਥ ਵਾਕ ਵਿੱਚ ਪਨੀਰ ਦੀ ਵੱਡੀ ਚੋਰੀ ਦੀ ਸੂਚਨਾ ਮਿਲੀ ਸੀ। ਵਾਰਦਾਤ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਚੋਰ ਪੁਲਿਸ ਦੀ ਗਿਰਫਤ ਤੋਂ ਦੂਰ ਹਨ, ਪਰ ਪੁਲਿਸ ਦਾ ਕਹਿਣਾ ਹੈ ਕਿ ਕੋਈ ਸੁਰਾਗ ਨਾ ਮਿਲਣ ਕਾਰਨ ਚੋਰਾਂ ਨੂੰ ਫੜਨ ਵਿੱਚ ਦੇਰੀ ਹੋ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੈਰੀ ਮਾਲਕ ਦਾ ਕਹਿਣਾ ਹੈ ਕਿ ਚੋਰੀ ਕੀਤਾ ਗਿਆ ਸੀਡਰ ਪਨੀਰ ਕੋਈ ਆਮ ਪਨੀਰ ਨਹੀਂ ਹੈ, ਸਗੋਂ ਇਸ ਪਨੀਰ ਨੂੰ ਅਵਾਰਡ ਵੀ ਮਿਲ ਚੁੱਕਿਆ ਹੈ। ਇਹ ਆਮ ਪਨੀਰ ਨਾਲੋਂ ਵੱਖਰਾ ਹੁੰਦਾ ਹੈ ਅਤੇ ਇਸ ਦੀਆਂ ਕੀਮਤਾਂ ਵੀ ਜ਼ਿਆਦਾ ਹੁੰਦੀਆਂ ਹਨ। ਇਸ ਨੂੰ ਬਹੁਤ ਧਿਆਨ ਨਾਲ ਤਿਆਰ ਕੀਤਾ ਜਾਂਦਾ ਹੈ। ਮਾਲਕ ਦਾ ਕਹਿਣਾ ਹੈ ਕਿ ਸਾਡੀ ਇੱਕੋ ਮੰਗ ਹੈ ਕਿ ਪੁਲਿਸ ਚੋਰਾਂ ਨੂੰ ਬਾਜ਼ਾਰ ਵਿੱਚ ਪਨੀਰ ਵੇਚਣ ਤੋਂ ਪਹਿਲਾਂ ਗ੍ਰਿਫਤਾਰ ਕਰੇ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਭਾਰਤ ਨਾਲ ਜਾਰੀ ਤਣਾਅ ਨੂੰ ਘੱਟ ਕਰਨਾ ਚਾਹੁੰਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕੋਸ਼ਿਸ਼ ਤਹਿਤ ਕੈਨੇਡੀਅਨ ਅਧਿਕਾਰੀਆਂ ਨੇ ਨਵੀਂ ਦਿੱਲੀ ਨੂੰ ਡੀ-ਐਸਕੇਲੇਸ਼ਨ ਯਾਨੀ ਕਿ ਤਣਾਅ ਘੱਟ ਕਰਨ ਦੇ ਵਿਕਲਪ ਪੇਸ਼ ਕੀਤੇ ਹਨ। ਨਾਲ ਹੀ ਦੇਸ਼ ਵਿੱਚ ਖਾਲਿਸਤਾਨ ਪੱਖੀ ਤੱਤਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਵਿੱਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਸਬੂਤ ਵੀ ਪੇਸ਼ ਕੀਤੇ ਹਨ। ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਵਿੱਚ ਇੱਕ ਅਣਪਛਾਤੇ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਕੈਨੇਡੀਅਨਾਂ ਦੁਆਰਾ ਪੇਸ਼ ਕੀਤਾ ਗਿਆ ਤਰਜੀਹੀ ਰਸਤਾ ਇੱਕ ਆਫ ਰੈਂਪ ਦ੍ਰਿਸ਼ਟੀਕੋਣ ਸੀ, ਜਿਸ ਵਿੱਚ 4 ਤੱਤ ਸਨ। ਇਹ ਪ੍ਰਸਤਾਵ ਉਦੋਂ ਪੇਸ਼ ਕੀਤਾ ਗਿਆ ਜਦੋਂ ਰਾਸ਼ਟਰੀ ਸੁਰੱਖਿਆ ਅਤੇ ਖੂਫੀਆ ਸਲਾਹਕਾਰ ਨਥਾਲੀ ਡਰੋਏਨ, ਗਲੋਬਲ ਅਫੇਅਰਸ ਕੈਨੇਡਾ ਦੇ ਉਪ ਮੰਤਰੀ ਡੇਵਿਡ ਮੋਰਿਸਨ ਅਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਫੈਡਰਲ ਪੁਲਿਸਿੰਗ ਦੇ ਡਿਪਟੀ ਕਮਿਸ਼ਨਰ ਮਾਰਕ ਫਲਿਨ ਨੇ 12 ਅਕਤੂਬਰ ਨੂੰ ਸਿੰਗਾਪੁਰ ਵਿੱਚ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਪ੍ਰਸਤਾਵਾਂ ਵਿੱਚ ਭਾਰਤ ਵੱਲੋਂ ਸਵੈ ਇੱਛਾ ਨਾਲ ਹਵਾਲਾ ਦਿੱਤੇ ਗਏ 6 ਡਿਪਲੋਮੈਟਾਂ ਨੂੰ ਵਾਪਸ ਲੈਣਾ ਅਤੇ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਕੈਨੇਡਾ ਦੇ ਵਿੱਚ ਆਪਣੇ ਅਪਰਾਧਿਕ ਸਿੰਡੀਕੇਟ ਦੇ ਮੈਂਬਰਾਂ ਨੂੰ ਬੰਦ ਕਰਨ ਅਤੇ ਰੋਕਣ ਦਾ ਨਿਰਦੇਸ਼ ਦੇਣਾ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰਦੇ ਹੋਏ ਇਹ ਕਿਹਾ ਕਿ ਜਿਹੜੇ ਲੋਕ ਸਾਬਕਾ ਰਾਸ਼ਟਰਪਤੀ ਨੂੰ ਲੋਕਤੰਤਰ ਲਈ ਖਤਰਾ ਕਹਿੰਦੇ ਹਨ, ਉਹ ਖੁਦ ਹੀ ਲੋਕਤੰਤਰ ਲਈ ਖਤਰਾ ਹਨ। ਮਸਕ ਨੇ ਕਿਹਾ ਕਿ ਇੱਕ ਪੈਂਸਿਲਵੇਨੀਆ ਦੇ ਇੱਕ ਟਾਊਨ ਹਾਲ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਸੰਸਦੀ ਕੰਪਲੈਕਸ US ਕੈਪੀਟਲ ਵਿੱਚ 6 ਜਨਵਰੀ 2021 ਨੂੰ ਹੋਏ ਦੰਗਿਆਂ ਦੇ ਸੰਦਰਭ ਵਿੱਚ ਇਹ ਕਿਹਾ ਕਿ ਇਸ ਘਟਨਾ ਨੂੰ ਇੱਕ ਤਰ੍ਹਾਂ ਦੀ ਹਿੰਸਕ ਬਗਾਵਤ ਕਿਹਾ ਗਿਆ, ਜਦਕਿ ਅਸਲ ਵਿੱਚ ਅਜਿਹਾ ਨਹੀਂ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਹਾਰ ਦੇ ਬਾਅਦ ਟਰੰਪ ਦੁਆਰਾ ਚੋਣ ਨਤੀਜਿਆਂ ਦੇ ਸਵਾਲ ਚੁੱਕੇ ਜਾਣ ਦੇ ਬਾਅਦ ਉਹਨਾਂ ਦੇ ਸਮਰਥਕਾਂ ਨੇ 6 ਜਨਵਰੀ 2021 ਨੂੰ US ਕੈਪੀਟਲ ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 100 ਤੋਂ ਵੱਧ ਸੁਰੱਖਿਆ ਅਧਿਕਾਰੀ ਜ਼ਖਮੀ ਹੋਏ ਸਨ। ਮਸਕ ਨੇ ਕਿਹਾ ਕਿ ਉਹ ਲੋਕ ਜੋ ਕਹਿੰਦੇ ਹਨ ਕਿ ਟਰੰਪ ਲੋਕਤੰਤਰ ਲਈ ਖਤਰਾ ਹੈ, ਉਹ ਖੁਦ ਲੋਕਤੰਤਰ ਲਈ ਖਤਰਾ ਹਨ। ਉਸਨੇ ਵੀ ਕਿਹਾ ਕਿ ਟਰੰਪ ਨੇ ਅਸਲ ਵਿੱਚ ਲੋਕਾਂ ਨੂੰ ਹਿੰਸਕ ਨਾ ਹੋਣ ਲਈ ਕਿਹਾ ਸੀ ਅਤੇ ਉਸਨੇ ਉਹਨਾਂ ਨੂੰ ਸ਼ਾਂਤੀਪੂਰਨ ਅਤੇ ਦੇਸ਼ ਭਗਤੀ ਦੇ ਢੰਗ ਨਾਲ ਵਿਰੋਧ ਕਰਨ ਲਈ ਵੀ ਕਿਹਾ ਸੀ। ਟਰੰਪ ਨੇ ਕਿਹਾ ਕਿ ਜੇਕਰ ਉਹ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਜਿੱਤੇ ਜਾਂਦੇ ਹਨ ਤਾਂ ਉਹ ਮਸਕ ਨੂੰ ਆਪਣੇ ਪ੍ਰਸ਼ਾਸਨ 'ਚ ਕੁਝ ਅਹਿਮ ਜ਼ਿੰਮੇਵਾਰੀ ਸੌਂਪਣਗੇ। ਭਾਰਤੀ 에ਅਰਲਾਈਨਸ ਵੱਲੋਂ ਚਲਾਈਆਂ ਜਾਂਦੀਆਂ ਘੱਟੋ-ਘੱਟ 50 ਉਡਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ 14 ਦਿਨਾਂ ਵਿੱਚ ਭਾਰਤੀ 에ਅਰਲਾਈਨਸ ਵੱਲੋਂ ਚਲਾਈਆਂ ਜਾਂਦੀਆਂ 350 ਤੋਂ ਵੱਧ ਉਡਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸੂਤਰਾਂ ਮੁਤਾਬਿਕ ਇੰਡੀਗੋ ਦੀਆਂ 18 ਤੇ ਵਿਸਤਾਰਾ ਦੀਆਂ 17 ਉਡਾਨਾਂ ਨੂੰ ਇਹ ਧਮਕੀਆਂ ਮਿਲੀਆਂ ਹਨ। 에ਅਰਲਾਈਨਸ ਨੂੰ ਬੰਬ ਨਾਲ ਉਡਾਉਣ ਦੀਆਂ ਮਿਲਦੀਆਂ ਧਮਕੀਆਂ ਦੇ ਮੱਦੇਨਜ਼ਰ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੀ
ਪਾਲਣਾ ਕਰਨ ਅਤੇ ਸੂਚਨਾ ਟੈਕਨੋਲੋਜੀ ਨਿਯਮਾਂ ਤਹਿਤ ਦੱਸੇ ਗਏ ਸਮੇਂ ਦੇ ਅੰਦਰ ਤੁਰੰਤ ਗਲਤ ਜਾਣਕਾਰੀ ਨੂੰ ਪਲੇਟਫਾਰਮ ਤੋਂ ਹਟਾਉਣ ਜਾਂ ਉਸ ਦੇ ਪੜ੍ਹੇ ਜਾਂ ਸਾਂਝੇ ਕੀਤੇ ਜਾਣ ਤੇ ਰੋਕ ਲਾਉਣ ਦੇ ਲਈ ਕਿਹਾ ਹੈ। ਫਿਲੀਪੀਨਜ਼ 'ਚ ਤੂਫਾਨ ਤਰਾਮੀ ਕਾਰਨ ਹੁਣ ਤੱਕ 136 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਕਾਰਨ ਪਏ ਮੌਲੇਦਾਰ ਮੀਂਹ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਭਿਆਨਕ ਤੂਫਾਨ ਕਾਰਨ 5 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਸੁਰੱਖਿਅਤ ਥਾਵਾਂ ਤੇ ਸ਼ਰਨ ਲੈਣੀ ਪਈ ਹੈ। ਸਭ ਤੋਂ ਵੱਧ ਨੁਕਸਾਨ ਬਤੰਗਾ ਸੂਬੇ ਵਿੱਚ ਹੋਇਆ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 55 ਤੱਕ ਪਹੁੰਚ ਗਈ ਹੈ। ਸੂਬਾਈ ਪੁਲਿਸ ਮੁਖੀ ਜੈਸਿੰਟੋ ਨੇ ਇਹ ਕਿਹਾ ਕਿ 36 ਲੋਕ ਅਜੇ ਵੀ ਲਾਪਤਾ ਹਨ। ਤਰਾਮੀ ਨੂੰ ਇਲਾਕੇ 'ਚ ਆਇਆ ਸਭ ਤੋਂ ਘਾਤਕ ਤੂਫਾਨ ਮੰਨਿਆ ਗਿਆ ਹੈ। ਬਿਕੋਲ ਵਿੱਚ ਵੀ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਤੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਹਮਲਿਆਂ ਨਾਲ ਈਰਾਨ ਨੂੰ ਗੰਭੀਰ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਈਰਾਨ ਤੇ ਹੋਏ ਇਸ ਹਮਲੇ ਨਾਲ ਇਜ਼ਰਾਈਲ ਦੇ ਸਾਰੇ ਟੀਚੇ ਹਾਸਲ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ 1 ਅਕਤੂਬਰ ਨੂੰ ਈਰਾਨ ਨੇ ਇੱਕੋ ਸਮੇਂ 18 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਨਾਲ ਤੇਲ ਅਵੀਵ 'ਚ ਹੰਗਾਮਾ ਹੋ ਗਿਆ। ਉਦੋਂ ਤੋਂ ਇਜ਼ਰਾਈਲ ਨੇ ਈਰਾਨ ਤੇ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। ਆਪਣੀ ਵਚਨਬੱਧਤਾ ਦੇ ਅਨੁਸਾਰ ਇਜ਼ਰਾਈਲੀ ਫੌਜ ਨੇ 26 ਅਕਤੂਬਰ ਨੂੰ ਈਰਾਨ ਦੀ ਫੌਜ ਊਰਜਾ ਤੇ ਤੇਲ ਰਿਫਾਈਨਰੀ ਤੇ ਵੱਡਾ ਹਮਲਾ ਕੀਤਾ ਸੀ। ਇਸ ਨਾਲ ਈਰਾਨ 'ਚ ਹਲਚਲ ਮਚ ਗਈ। ਈਰਾਨ 'ਚ ਵੀ ਇਸ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ ਸੀ। ਕਈ ਈਰਾਨੀ ਠਿਕਾਣਿਆਂ ਨੂੰ ਵੀ ਨੁਕਸਾਨ ਪਹੁੰਚਾਇਆ। ਹਾਲਾਂਕਿ ਈਰਾਨੀ ਫੌਜ ਨੇ ਇਜ਼ਰਾਈਲੀ ਹਮਲੇ ਨੂੰ ਬਹੁਤ ਹਲਕਾ ਅਤੇ ਦੂਜੇ ਦਰਜੇ ਦਾ ਵਰਣਨ ਕਰਨਾ ਜਾਰੀ ਰੱਖਿਆ। ਪਰ ਈਰਾਨ ਦੇ ਸੁਪਰੀਮ ਲੀਡਰ ਉਸਨੇ ਬਿਆਨ ਆਇਆ ਹੈ ਕਿ ਜਿਸ ਵਿੱਚ ਉਹਨਾਂ ਨੇ ਇਜ਼ਰਾਈਲੀ ਹਮਲੇ ਬਾਰੇ ਕਿਹਾ ਕਿ ਇਸ ਨੂੰ ਨਾ ਤਾਂ ਘੱਟ ਸਮਝਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਵਧਾ ਚੜਾ ਕੇ ਕਿਹਾ ਜਾਣਾ ਚਾਹੀਦਾ ਹੈ। ਇਜ਼ਰਾਈਲ ਨੇ ਈਰਾਨ ਤੇ ਹਮਲਾ ਕਰਨ ਲਈ 100 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਸੀ। ਇਜ਼ਰਾਈਲੀ ਫੌਜ ਨੇ ਫਿਰ ਇੱਕ ਬਿਆਨ 'ਚ ਕਿਹਾ ਕਿ ਉਸਦੇ ਸਾਰੇ ਲੜਾਕੂ ਜਹਾਜ਼ ਈਰਾਨ ਤੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਸੁਰੱਖਿਅਤ ਵਾਪਸ ਪਰਤ ਗਏ ਹਨ। ਜੇਕਰ ਈਰਾਨ ਦੁਬਾਰਾ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਉਹ ਇਸ ਦੇ ਲਈ ਤਿਆਰ ਹਨ। ਹਾਲਾਂਕਿ ਹੁਣ ਅਲੀ ਨੇ ਇਹ ਜਵਾਬੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਹੈ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਚੀਨ ਨੂੰ 10 ਅਰਬ ਯੂਆਨ ਦਾ ਯਾਨੀ ਕਿ 1.4 ਅਰਬ ਡਾਲਰ ਦਾ ਵਾਧੂ ਕਰਜ਼ਾ ਦੇਣ ਦੀ ਬੇਨਤੀ ਕੀਤੀ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਨਕਦੀ ਦੀ ਤੰਗੀ ਵਾਲਾ ਦੇਸ਼ ਪਹਿਲਾਂ ਹੀ 30 ਬਿਲੀਅਨ ਯੂਆਨ ਦੀ ਮੌਜੂਦਾ ਚੀਨੀ ਵਪਾਰ ਸਹੂਲਤ ਦੀ ਵਰਤੋਂ ਕਰ ਚੁੱਕਿਆ ਹੈ। ਉਧਰ ਸ਼ਨੀਵਾਰ ਦੇਰ ਰਾਤ ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਵਾਸ਼ਿੰਗਟਨ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਤੋਂ ਇਲਾਵਾ ਚੀਨ ਦੇ ਉਪ ਵਿੱਤ ਮੰਤਰੀ ਲਿਆਓ ਮਿਨ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੁਦਰਾ ਅਦਲਾ ਬਦਲੀ ਤੇ ਦਸਤਖਤ ਕੀਤੇ। ਉਸ ਦੇ ਨਾਲ ਹੀ ਸਮਝੌਤੇ ਨੂੰ 40 ਬਿਲੀਅਨ ਯੂਆਨ ਤੱਕ ਵਧਾਉਣ ਦੀ ਬੇਨਤੀ ਕੀਤੀ ਗਈ। ਉਧਰ ਹੀ ਇੱਕ ਰਿਪੋਰਟ ਮੁਤਾਬਕ ਜੇਕਰ ਚੀਨ ਇਸ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਕੁੱਲ ਸਹੂਲਤ ਲਗਭਗ 5.7 ਅਰਬ ਡਾਲਰ ਤੱਕ ਪਹੁੰਚ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਲੋਨ ਸੀਮਾ ਵਧਾਉਣ ਦੀ ਬੇਨਤੀ ਕੀਤੀ ਹੈ। ਹਾਲਾਂਕਿ ਚੀਨ ਨੇ ਇਸ ਤਰ੍ਹਾਂ ਦੀਆਂ ਪਿਛਲੀਆਂ ਸਾਰੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਹੈ। ਇਹ ਤਾਜ਼ਾ ਬੇਨਤੀ ਚੀਨ ਵੱਲੋਂ ਮੌਜੂਦਾ 4.3 ਬਿਲੀਅਨ ਡਾਲਰ ਯਾਨੀ ਕਿ 30 ਬਿਲੀਅਨ ਯੂਆਨ ਦੀ ਸਹੂਲਤ ਨੂੰ ਹੋਰ 3 ਸਾਲਾਂ ਲਈ ਵਧਾਉਣ ਦੇ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਤੋਂ ਬਾਅਦ ਆਈ ਹੈ। ਪਾਕਿਸਤਾਨ ਅਤੇ ਚੀਨ ਨੇ ਚੀਨੀ ਪ੍ਰਧਾਨ ਮੰਤਰੀ ਲੀ ਕੈਕੀਯਾਂਗ ਦੇ ਹਾਲ ਹੀ ਦੇ ਦੌਰੇ ਦੌਰਾਨ ਇੱਕ ਮੁਦਰਾ ਅਦਲਾ ਬਦਲੀ ਸਮਝੌਤੇ ਤੇ ਦਸਤਖਤ ਕੀਤੇ ਸਨ, ਜਿਸ ਨਾਲ ਪਾਕਿਸਤਾਨ ਦੇ ਕਰਜ਼ੇ ਦੀ ਮੁੜ ਅਦਾਇਗੀ ਦੀ ਮਿਆਦ 2027 ਤੱਕ ਵਧਾ ਦਿੱਤੀ ਗਈ ਹੈ। ਪੰਜਾਬ 'ਚ 4 ਵਿਧਾਨ ਸਭਾ ਸੀਟਾਂ ਤੇ ਹੋ ਰਹੀ ਉਪ ਚੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਰਣਨੀਤੀ ਬਣਾਉਣ ਦੀ ਕਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜਾਣਕਾਰੀ ਦੇ ਮੁਤਾਬਕ ਇਸ ਸਬੰਧ ਵਿੱਚ ਚਰਚਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਮਵਾਰ ਨੂੰ ਦਿੱਲੀ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਹਿੱਸਾ ਲਿਆ ਗਿਆ। ਸ਼ਾਮਲ ਹੋਣ ਦੇ ਲਈ ਮੁੱਖ ਮੰਤਰੀ ਐਤਵਾਰ ਸ਼ਾਮ ਨੂੰ ਵਿਧਾਨ ਸਭਾ ਉਪ ਚੋਣ ਦੇ ਲਈ ਪ੍ਰਚਾਰ ਕਰਨ ਦੇ ਬਾਅਦ ਆਦਮਪੁਰ 에ਅਰਪੋਰਟ ਤੋਂ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਸੀ ਅਤੇ ਨਗਰ ਨਿਗਮ ਚੋਣ ਨਾਲ ਸੰਬੰਧੀ ਸ਼ਹਿਰਾਂ ਦੇ ਵਿਧਾਇਕਾਂ ਨੂੰ ਵੀ ਸੋਮਵਾਰ ਦਿੱਲੀ ਪੁੱਜਣ ਲਈ ਕਿਹਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਕੁਝ ਸੀਨੀਅਰ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਇਸ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਰਾਘਵ ਚੱਡਾ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਰਹਿਣਗੇ, ਜਿਨ੍ਹਾਂ ਦੇ ਨਾਲ ਨਗਰ ਨਿਗਮ ਚੋਣ ਦੇ ਲਈ ਸ਼ੈਡਿਊਲ ਫਾਈਨਲ ਕਰਨ ਦੇ ਨਾਲ ਹੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਮੁੱਦੇ ਤੇ ਚਰਚਾ ਕੀਤੀ ਗਈ ਹੈ।
ਨੇਪਾਲ ਨੇ ਭਾਰਤ ਵਿਰੋਧੀ ਕਾਰਵਾਈ ਕੀਤੀ ਹੈ। ਹਾਲ ਹੀ ਦੇ ਵਿੱਚ ਨੇਪਾਲ ਨੇ 100 ਰੁਪਏ ਦੇ ਨੋਟਾਂ ਦੀ ਛਪਾਈ ਚੀਨੀ ਕੰਪਨੀ ਚਾਈਨਾ ਬੈਂਕ ਨੋਟ ਪ੍ਰਿੰਟਿੰਗ ਐਂਡ ਮੀਟਿੰਗ ਕਾਰਪੋਰੇਸ਼ਨ ਨੂੰ ਸੌਂਪ ਦਿੱਤੀ ਹੈ। ਇਹ ਕੰਪਨੀ ਨੋਟਾਂ ਦੀਆਂ 30 ਕਰੋੜ ਕਾਪੀਆਂ ਛਾਪੇਗੀ। ਇਸ ਨੋਟ ਵਿੱਚ ਬਣਾਏ ਗਏ ਨਕਸ਼ੇ ਵਿੱਚ ਭਾਰਤ ਦੇ ਲਿਪੂ ਲੇਖ, ਲਿੰਪੀ ਆਦੂਰਾ ਅਤੇ ਕਾਲਾ ਪਾਣੀ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਹੈ। ਨੇਪਾਲ ਸਰਕਾਰ ਨੇ ਮਈ 'ਚ ਕੈਬਨਿਟ ਦੀ ਬੈਠਕ 'ਚ ਨੋਟਾਂ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਸੀ। ਨੇਪਾਲ ਨੇ 20 ਮਈ 2020 ਨੂੰ ਸੰਵਿਧਾਨਕ ਸੋਧ ਰਾਹੀਂ ਲਿੰਪੀ ਆਦੂਰਾ, ਲਿਪੂ ਲੇਖ ਅਤੇ ਕਾਲਾ ਪਾਣੀ ਨੂੰ ਆਪਣਾ ਹਿੱਸਾ ਘੋਸ਼ਿਤ ਕਰਦੇ ਹੋਏ ਨਵਾਂ ਨਕਸ਼ਾ ਜਾਰੀ ਕਰਕੇ ਵਿਵਾਦ ਪੈਦਾ ਕਰ ਦਿੱਤਾ ਸੀ। ਨੇਪਾਲ 5 ਭਾਰਤੀ ਰਾਜਾਂ ਸਿੱਕਮ, ਪੱਛਮੀ ਬੰਗਾਲ, ਬਿਹਾਰ, ਯੂਪੀ ਅਤੇ ਉੱਤਰਾਖੰਡ ਨਾਲ 1850 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ। ਇਹ ਤਿੰਨ ਵਿਵਾਦਿਤ ਖੇਤਰ ਲਗਭਗ 370 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੇ ਹਨ। ਪੱਛਮੀ ਤਿੱਬਤ ਦੇ ਨਾਗਰੀ ਖੇਤਰ ਦੇ ਨੇੜੇ ਸਥਿਤ ਲਿਪੂ ਲੇਖ, ਲਿੰਪੀ ਆਦੂਰਾ ਅਤੇ ਕਾਲਾ ਪਾਣੀ ਖੇਤਰ ਪਿਛਲੇ 60 ਸਾਲਾਂ ਤੋਂ ਭਾਰਤ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ। ਇੱਥੇ ਰਹਿਣ ਵਾਲੇ ਲੋਕ ਭਾਰਤੀ ਨਾਗਰਿਕ ਹਨ, ਟੈਕਸ ਦਿੰਦੇ ਹਨ ਅਤੇ ਭਾਰਤ ਵਿੱਚ ਵੋਟ ਵੀ ਦਿੰਦੇ ਹਨ। ਗੁਜਰਾਤੀ ਭਾਸ਼ਾ ਕੈਨੇਡਾ ਦੇ ਵਿੱਚ ਪ੍ਰਸਿੱਧ ਹੋ ਰਹੀ ਹੈ। ਗੁਜਰਾਤੀ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ। ਕੈਨੇਡੀਅਨ ਸਰਕਾਰ ਦੇ ਅੰਕੜੇ ਅਨੁਸਾਰ 1980 ਤੋਂ ਲੈ ਕੇ ਹੁਣ ਤੱਕ ਲਗਭਗ 87,900 ਗੁਜਰਾਤੀ ਬੋਲਣ ਵਾਲੇ ਪ੍ਰਵਾਸੀ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ 26% 2016 ਤੋਂ 2021 ਦਰਮਿਆਨ ਦੇਸ਼ ਵਿੱਚ ਆਏ ਹਨ। ਉਂਝ ਇੱਥੇ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਵਸੇ ਹੋਏ ਹਨ, ਜਿਨ੍ਹਾਂ ਦੀ ਗਿਣਤੀ 75,475 ਦੱਸੀ ਗਈ ਹੈ। ਉਸ ਤੋਂ ਬਾਅਦ ਹਿੰਦੀ ਬੋਲਣ ਵਾਲੇ ਦੀ ਗਿਣਤੀ ਵੀ 35,170 ਸੀ। ਇਸ ਦੇ ਨਾਲ ਹੀ ਗੁਜਰਾਤੀ ਬੋਲਣ ਵਾਲੇ ਲੋਕ 22,935 ਪ੍ਰਵਾਸੀਆਂ ਦੇ ਨਾਲ ਤੀਜੇ ਸਥਾਨ ਤੇ ਰਹੇ ਹਨ, ਜਦਕਿ ਮਲਿਆਲਮ ਬੋਲਣ ਵਾਲੇ 15,440 ਅਤੇ ਬੰਗਾਲੀ ਬੋਲਣ ਵਾਲੇ 13,835 ਸਨ। ਆંકੜੇ ਦਰਸਾਉਂਦੇ ਹਨ ਕਿ ਗੁਜਰਾਤੀ ਪ੍ਰਵਾਸੀਆਂ ਨੇ ਪ੍ਰਮੁੱਖ ਭਾਸ਼ਾਈ ਸਮੂਹਾਂ ਵਿੱਚ ਦੂਜੇ ਸਭ ਤੋਂ ਵੱਧ ਦਹਾਕੇ ਵਿੱਚ ਵਾਧਾ ਦਰਜ ਕੀਤਾ ਹੈ। 2011 ਤੋਂ 2021 ਦਰਮਿਆਨ 26% ਦਾ ਵਾਧਾ ਹੋਇਆ ਹੈ, ਜਦਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 22% ਵਧੀ ਹੈ। ਇਸੇ ਅਰਸੇ ਦੌਰਾਨ ਹਿੰਦੀ ਭਾਸ਼ਾ ਲੋਕਾਂ ਵਿੱਚ 114% ਦੀ ਤੇਜ਼ੀ ਨਾਲ ਵਾਧਾ ਦੇਖਿਆ ਗਿਆ। ਗੁਜਰਾਤ ਦੀ ਇੱਕ ਹੋਰ ਭਾਸ਼ਾ ਕੱਚੀ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਕੱਚੀ ਬੋਲਣ ਵਾਲਿਆਂ ਦੀ ਗਿਣਤੀ 2001 ਅਤੇ 2010 ਦਰਮਿਆਨ 460 ਤੋਂ ਘਟ ਕੇ 2011 ਤੋਂ 2021 ਦਰਮਿਆਨ 370 ਰਹਿ ਗਈ ਹੈ। 2011 ਤੋਂ ਬਾਅਦ ਗੁਜਰਾਤ ਦੇ ਲੋਕ ਕੈਨੇਡਾ ਨੂੰ ਸਭ ਤੋਂ ਵੱਧ ਪਸੰਦ ਕਰਨ ਲੱਗੇ ਹਨ। ਇਹ ਸਾਂਝੀ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।